ਜਿੱਤ ਸਾਡੀ ਹੋਣੀ ਆ, ਅਸੀਂ ਜਿੱਤੇ ਹੀ ਹੋਏ ਆ। ਇਹ ਜਿੱਤ ਦਾ ਐਲਾਨ ਕਿੱਦਣ ਹੋਊਗਾ ਔਰ ਇਹਦੀ ਕੀਮਤ ਸਾਨੂੰ ਕੀ ਚੁਕਾਣੀ ਪਊਗੀ, ਇਹ ਸਮਾਂ ਦੱਸੂਗਾ। ਇੱਕ ਬੰਦਾ ਕੌਣ ਹੁੰਦਾ ਸਾਨੂੰ ਖਰੀਦਣ ਵਾਲਾ? ਬੰਦੇ ਦੀ ਕੋਈ ਔਕਾਤ ਨਹੀਂ ਕਿ ਸਾਨੂੰ ਖਰੀਦ ਲਵੇ। ਇਹਨਾਂ ਬੰਦਿਆਂ ਨੂੰ ਅਸੀਂ ਆਪ ਉੱਥੇ ਬਿਠਾਉਂਦੇ ਆ, ਮੁੜ ਕੇ ਅੱਜ ਅਸੀਂ ਸੜਕਾਂ 'ਤੇ ਆਪ ਇਹਨਾਂ ਅੱਗੇ ਖੜੇ ਆ, ਮੇਰੀ ਬਿੱਲੀ ਮੈਨੂੰ ਮਿਆਉ। ਹੁਣ ਦੂਜੇ ਕਾਨੂੰਨ 'ਤੇ ਆ ਜਾਈਏ, ਕੰਟਰੈਕਟ ਵਾਲੇ 'ਤੇ। ਕੰਟਰੈਕਟ ਇਕਰਾਰਨਾਮਾ, ਇਕਰਾਰ ਹੁੰਦਾ ਦੋ ਬਰਾਬਰ ਦੀਆਂ ਪਾਰਟੀਆਂ 'ਚ, ਕੰਟਰੈਕਟ ਹੁੰਦਾ ਦੋ ਬਰਾਬਰ ਦੀਆਂ ਪਾਰਟੀਆਂ 'ਚ। ਇੱਕ ਜਿਹੜਾ ਗਰੀਬ ਕਿਸਾਨ ਹੈਗਾ ਆ ਉਹ ਅੰਬਾਨੀ ਦੇ ਨਾਲ ਕੰਟਰੈਕਟ ਕਰੂਗਾ ਤਾਂ ਉਹਨਾਂ ਇਨਸਾਫ ਕਿੱਦਾਂ ਹੋਊਗਾ? ਕਿੱਦਾਂ ਜਿਹੜਾ ਕਿਸਾਨ ਹੈਗਾ ਉਹ ਆਪਣੀਆਂ ਸ਼ਰਤਾਂ ਮਨਵਾ ਲੂਗਾ ਅੰਬਾਨੀ ਨੂੰ, ਅਡਾਨੀ ਨੂੰ? ਉਹੀ ਆਟਾ ਅਸੀਂ ਜਿਹੜੀ ਦੁਕਾਨ ਕੋਨੇ ਤੇ ਸਾਡੇ ਮੁਹੱਲੇ 'ਚ ਹੈਗੀ ਉੱਥੋਂ ਕਿਉਂ ਨਹੀਂ ਲੈ ਸਕਦੇ? ਦਾਲਾਂ ਲੈਣ ਚੱਲ ਜਾਓ, ਆਰਗੈਨਿਕ ਦਾਲ, ਪਤਾ ਨਹੀਂ ਫਲਾਨੀ ਦਾਲ, ਧਮਕਾਨੀ ਦਾਲ, ਉਹ ਜਿਹੜੀ ਕਿਸਾਨ ਤੋਂ ਕੌਡੀਆਂ ਦੇ ਭਾਅ ਚੱਕੀ ਹੋਈ ਆ ਤੇ ਉੱਥੇ ਵਧੀਆ ਲਿਫਾਫਾ ਚੜਾ ਕੇ ਏਸੀ ਵਾਲੀ ਦੁਕਾਨ 'ਚ ਉਹਨੂੰ ਕਿਸ ਭਾਅ ਵੇਚਦੇ ਆ। ਜਦੋਂ ਢਿੱਡ 'ਚ ਪੀੜ ਹੁੰਦੀ ਆ ਤੇ ਡਾਕਟਰ ਪੇਨ ਕਿਲਰ ਦਈ ਜਾਵੇ ਤੇ ਤੁਹਾਡੀ ਪੀੜ ਦੱਬੀ ਜਾਵੇ ਤੇ ਬਿਮਾਰੀ ਨਾ ਲੱਭੇ ਕਿਹੜੀ ਆ, ਉਹ ਚੰਗਾ ਡਾਕਟਰ ਨਹੀਂ। ਚੰਗਾ ਡਾਕਟਰ ਉਹ ਆ ਜਿਹੜਾ ਤੁਹਾਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ੇ ਅਤੇ ਵਿਰਸਾਏ ਹੋਏ ਕਿੱਤੇ ਨੂੰ ਸਮਰਪਿਤ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ, ਭੈਣੋ ਅਤੇ ਭਰਾਵੋ, ਆਓ ਸਭ ਤੋਂ ਪਹਿਲਾਂ ਰਲ ਕੇ ਫਤਿਹ ਬੁਲੰਦ ਕਰੀਏ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਅੱਜ ਦੋ ਪੱਖਾਂ 'ਤੇ ਗੱਲ ਕਰਨਾ ਚਾਹੁੰਦੀ ਹਾਂ। ਪੇਸ਼ੇ ਵਜੋਂ ਮੈਂ ਵਕੀਲ ਹਾਂ, ਤਾਂ ਸਭ ਤੋਂ ਪਹਿਲੇ ਥੋੜ੍ਹੀ ਜਿਹੀ ਗੱਲ ਇਹ ਜਿਹੜੇ 3 ਕਾਨੂੰਨ ਪਾਸ ਹੋਏ ਆ ਇਹਨਾਂ ਦੀ ਕਰ ਲਈਏ। ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਇਹਦੇ ਵਿੱਚ 3 ਲਿਸਟਾਂ ਹੈ। ਉਹਨਾਂ ਲਿਸਟਾਂ ਦੇ ਵਿੱਚ ਉਹ ਸਬਜੈਕਟ ਦਿੱਤੇ ਹੋਏ ਆ ਜਿਹਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਕਿਹੜੇ ਵਿਸ਼ੇ ਦੇ ਉੱਤੇ ਕਿਹੜੀ ਕਿਹੜੀ ਸਰਕਾਰ ਕਾਨੂੰਨ ਬਣਾ ਸਕਦੀ ਹੈ। ਇੱਕ ਲਿਸਟ ਇੱਦਾਂ ਦੀ ਹੈ ਜਿਹਦੇ ਉੱਤੇ ਸਿਰਫ ਜਿਹੜੇ ਵਿਸ਼ੇ ਉਸ ਲਿਸਟ ਵਿੱਚ ਹੈਗੇ ਆ ਉਹਦੇ ਉੱਤੇ ਸਿਰਫ ਕੇਂਦਰ ਸਰਕਾਰ ਹੀ ਕਾਨੂੰਨ ਬਣਾਏਗੀ। ਦੂਜੀ ਲਿਸਟ ਅਜਿਹੀ ਹੈ ਜਿਹਦੇ ਵਿੱਚ ਸਿਰਫ ਸਟੇਟ ਗਵਰਨਮੈਂਟਸ ਜਿਹੜੀਆਂ ਸਾਡੇ ਰਾਜਾਂ ਦੀਆਂ ਸਰਕਾਰਾਂ ਹੈਗੀਆਂ ਉਹ ਕਾਨੂੰਨ ਬਣਾ ਸਕਦੀਆਂ। ਤੇ ਤੀਜੀ ਲਿਸਟ ਸਾਂਝੀ ਹੈ ਜਿਹਦੇ ਵਿੱਚ ਦੋਨੋਂ ਸੈਂਟਰ ਤੇ ਸਟੇਟ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਾਨੂੰਨ ਬਣਾ ਸਕਦੀ ਹੈ। ਹੁਣ ਜੇ ਅਸੀਂ ਗੱਲ ਕਰੀਏ ਖੇਤੀ ਦੀ, ਖੇਤੀ ਐਗਰੀਕਲਚਰ ਤੇ ਜਿਹੜਾ ਐਗਰੀਕਲਚਰ ਪ੍ਰੋਡਿਊਸ ਹੈਗਾ ਹੈ, ਜਿਹੜਾ ਅਸੀਂ ਖੇਤੀ ਕਰਕੇ ਜੋ ਕੁਝ ਜੇ ਉਪਜ ਹੁੰਦੀ ਹੈ ਸਾਡੀ ਉਹਨੂੰ ਮਾਰਕੀਟ ਦੇ ਵਿੱਚ ਜਿਹੜਾ ਵੇਚਣਾ ਹੈ, ਮਾਰਕੀਟਿੰਗ, ਇਹ ਜਿਹੜੇ ਵਿਸ਼ੇ ਹੈਗੇ ਆ ਇਹ ਸਟੇਟ ਸਬਜੈਕਟ ਦੇ ਵਿਸ਼ੇ ਹੈ। ਇਹਦੇ ਉੱਤੇ ਜਿਹੜੀ ਕੇਂਦਰ ਸਰਕਾਰ ਹੈ ਇਹ ਕਾਨੂੰਨ ਨਹੀਂ ਬਣਾ ਸਕਦੀ। ਹੁਣ ਇਹ ਜਿਹੜੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹੈਗੇ ਆ ਇਹ ਸਾਡੇ ਸੰਵਿਧਾਨ ਦੇ ਹੀ ਖਿਲਾਫ ਹੈ। ਇਹ ਵੈਸੇ ਤਾਂ ਜੇ ਸੁਪਰੀਮ ਕੋਰਟ ਦੀ ਕੋਈ ਜ਼ਮੀਰ ਜਾਗਦੀ ਹੁੰਦੀ ਅੱਜ ਦੀ ਤਰੀਕ ਵਿੱਚ ਤਾਂ ਉਹਨੂੰ ਚਾਹੀਦਾ ਸੀ ਕਿ ਇਹਨੂੰ ਆਪ ਹੀ ਸੁਓ ਮੋਟੋ ਐਕਸ਼ਨ ਲੈ ਕੇ ਰੱਦ ਕਰ ਦਿੰਦੀ। ਪਰ ਸਾਡੀ ਸਰਕਾਰ, ਜੇ ਤੁਸੀਂ ਸੁਣਦੇ ਹੋਵੋਗੇ, ਮੈਂ ਬਹੁਤ ਸਾਰੇ ਬਜ਼ੁਰਗਾਂ ਦੇ ਮੂੰਹੋਂ, ਆਪਣੇ ਭੈਣ ਭਰਾਵਾਂ ਦੇ ਮੂੰਹੋਂ ਇਹ ਸੁਣਦੀ ਹਾਂ ਕਿ ਜਦੋਂ ਸਾਡੇ ਆਗੂ ਉੱਥੇ ਜਾਂਦੇ ਆ ਮੀਟਿੰਗ ਕਰਨ ਤੇ ਉੱਥੇ ਰੇਲ ਮੰਤਰੀ ਕੀ ਕਰਦਾ ਹੈ? ਉਹ ਉੱਥੇ ਰੇਲ ਮੰਤਰੀ ਦੀ ਹੈਸੀਅਤ ਦੇ ਨਾਲ ਨਹੀਂ ਬਹਿੰਦਾ, ਉਹ ਬਹਿੰਦਾ ਹੈ ਉੱਥੇ ਕਿਉਂਕਿ ਉਹ ਕਮਰਸ ਮਿਨਿਸਟਰ ਵੀ ਹੈ। ਹੁਣ ਇਹ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਜਿਹੜੀ ਕੁੰਡੀ ਕੀ ਹੈ ਵਿੱਚ, ਇਹ ਜਿਹੜੀ ਕੇਂਦਰ ਸਰਕਾਰ ਹੈਗੀ ਆ ਇਹਨਾਂ ਨੇ, ਕਿਉਂਕਿ ਜਿਹੜਾ ਟ੍ਰੇਡ ਐਂਡ ਕਾਮਰਸ ਹੈਗਾ ਆ ਭਾਰਤ ਦੇ ਸੰਵਿਧਾਨ ਦੇ ਹਿਸਾਬ ਨਾਲ ਟ੍ਰੇਡ ਔਰ ਕਮਰਸ ਦੇ ਉੱਤੇ ਜਿਹੜਾ ਕਾਨੂੰਨ ਹੈ ਉਹ ਕੇਂਦਰ ਦੀ ਸਰਕਾਰ ਬਣਾ ਸਕਦੀ ਹੈ। ਇਹਨਾਂ ਨੇ ਬੜੀ ਹੀ ਚਲਾਕੀ ਦੇ ਨਾਲ ਟ੍ਰੇਡ ਐਂਡ ਕਾਮਰਸ ਦੇ ਅੰਡਰ ਇਹ ਜਿਹੜਾ ਖੇਤੀ ਤੇ ਖੇਤੀ ਦੇ ਪ੍ਰੋਡਿਊਸ ਦੀ ਜਿਹੜੀ ਮਾਰਕੀਟਿੰਗ ਹੈ ਉਹਦੇ ਉੱਤੇ ਕਾਨੂੰਨ ਬਣਾ ਦਿੱਤੇ ਹੈ। ਹੁਣ ਗੱਲ ਇਹ ਉੱਠਦੀ ਹੈ ਕਿ ਆਮ ਲੋਕਾਂ ਨੂੰ ਇਹ ਨਹੀਂ ਪਤਾ ਕਿ ਟ੍ਰੇਡ ਔਰ ਮਾਰਕੀਟਿੰਗ ਦੇ ਵਿੱਚ ਕੀ ਫਰਕ ਹੁੰਦਾ ਹੈ। ਇਸੇ ਕਰਕੇ ਸਾਨੂੰ ਧੋਖਾ ਦਿੰਦੇ ਹੈ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਟ੍ਰੇਡ ਉਹ ਚੀਜ਼ ਹੁੰਦੀ ਹੈ ਜੇ ਮੈਂ ਇੱਕ ਚੀਜ਼ ਕਿਤੋਂ ਖਰੀਦ ਕੇ ਅੱਗੇ ਜਾ ਕੇ ਕਿਤੇ ਹੋਰ ਵੇਚਾਂ, ਇਹ ਟ੍ਰੇਡ ਹੈ। ਤੇ ਜੇ ਮੈਂ ਆਪਣੇ ਘਰ ਦੇ ਵਿੱਚ ਆਲੂ ਉਗਾ ਕੇ, ਜਿਹੜਾ ਮੇਰਾ ਆਪਣਾ ਹੀ ਪ੍ਰੋਡਿਊਸ ਹੈ, ਮੇਰੀ ਆਪਣੀ ਫਸਲ ਹੈ, ਉਹਨੂੰ ਮੰਡੀ 'ਚ ਜਾ ਕੇ ਵੇਚਦੀ ਹਾਂ ਤਾਂ ਉਹ ਟ੍ਰੇਡ ਨਹੀਂ ਗੀ, ਉਹ ਮਾਰਕੀਟਿੰਗ ਹੈ। ਹੁਣ ਤੁਸੀਂ ਸਮਝ ਗਏ ਨਾ ਸਾਰੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਧੋਖਾ ਦਿੱਤਾ ਹੈ। ਦੂਸਰੀ ਗੱਲ, ਸਤਿ ਸ੍ਰੀ ਅਕਾਲ। ਬਾਕੀ ਛੋਟੀ ਛੋਟੀ ਚਰਚਾ ਮੈਂ ਤਿੰਨੋਂ ਕਾਨੂੰਨਾਂ ਦੇ ਕਰੂੰਗੀ। APMC ਵਾਲਾ ਕਾਨੂੰਨ ਲੈ ਲਈਏ। ਇੱਕ ਗੱਲ ਹੋਰ, ਇਹ ਜਿਹੜੇ ਕਾਨੂੰਨਾਂ ਦੇ ਨਾਂ ਹੈਗੇ ਆ ਨਾ, ਨਾਂ ਬੜੇ ਹੀ ਲੁਭਾਵਣੇ ਰੱਖੇ ਹੋਏ ਆ। ਹਾਥੀ ਦੇ ਦੰਦ, ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਜਿੰਨੇ ਹੀ ਲੁਭਾਵਣੇ ਇਹਨਾਂ ਦੇ ਨਾਂ ਹੈਗੇ ਆ ਤਿੰਨੋਂ ਕਾਨੂੰਨਾਂ ਦੇ, ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਓਨੇ ਹੀ ਇਹ ਤੁਹਾਡੇ ਲਈ ਘਾਤਕ ਨੇ। ਹੁਣ ਆਪਾਂ ਗੱਲ ਕਰੀਏ APMC ਵਾਲੇ ਕਾਨੂੰਨ ਦੀ।
ਇਹ ਕਹਿੰਦੇ ਹੈ ਕਿ ਜੀ ਅਸੀਂ APMC ਖਤਮ ਨਹੀਂ ਕੀਤੀ। ਇਹ ਬਿਲਕੁਲ ਉਹੀ ਗੱਲ ਹੈ। ਆਮ ਲੋਕਾਂ ਨੂੰ ਇਹ ਸਮਝ ਇਸ ਐਗਜ਼ਾਮਪਲ ਤੋਂ ਮੇਰੇ ਆ ਜਾਏਗੀ ਕਿ ਜਿੱਦਾਂ ਇਹ ਕਹਿੰਦੇ ਆ ਜੀ ਅਸੀਂ BSNL ਤਾਂ ਖਤਮ ਕੀਤਾ ਹੀ ਨਹੀਂ। BSNL ਖਤਮ ਨਹੀਂ ਕੀਤਾ ਇਹਨਾਂ ਨੇ, ਪਰ ਉਹ ਜਿਹੜਾ ਜੀਓ ਹੈਗਾ ਆ ਉਹਦੇ ਜਿਹੜੇ ਟੌਪ ਐਗਜ਼ੈਕਟਿਵ ਹੈਗੇ ਆ ਉਹਨਾਂ ਦਾ ਬਿਆਨ ਸੀਗਾ ਕਿ ਅਗਲੇ ਸਾਲ ਉਹ 5G ਇੰਟਰਨੈਟ ਸੇਵਾਵਾਂ ਸ਼ੁਰੂ ਕਰ ਦੇਣਗੇ ਤੇ BSNL ਵਾਲੇ ਰੋ ਮਰ ਗਏ। ਹਜੇ ਤੱਕ ਉਹਨਾਂ ਨੂੰ ਇਹਨਾਂ ਨੇ ਜਿਹੜੀ 4G ਇੰਟਰਨੈਟ ਦੀ ਸੇਵਾ ਨਹੀਂ ਦਿੱਤੀ। ਇੱਕ ਬੰਦੇ ਨੂੰ ਤੁਸੀਂ ਕਮਰੇ 'ਚ ਬੰਦ ਕਰ ਦਿਓ, ਨਾ ਉੱਥੇ ਅੰਦਰ ਕੋਈ ਬਾਰੀ ਹੋਵੇ, ਨਾ ਉਹਦਾ ਕੁੰਡਾ ਖੋਲੇ, ਨਾ ਉਹਨੂੰ ਰੋਟੀ ਦਿਓ ਤੇ ਨਾ ਪਾਣੀ ਦਿਓ, ਤੇ ਫਿਰ ਕਹੋ ਜੀ ਅਸੀਂ ਤਾਂ ਇਹਨੂੰ ਫਾਂਸੀ ਨਹੀਂ ਲਾਈ, ਇਹ ਆਪ ਹੀ ਮਰ ਗਿਆ। ਇਹ APMC ਦੀ ਉਹੀ ਗੱਲ ਹੈ। ਸੜਕ ਦੇ ਉੱਤੇ ਗੱਡਾ ਖੋਦਤਾ ਤੇ ਬਾਅਦ 'ਚ ਕਹਿੰਦੇ ਆ ਜੀ ਲੰਘਣ ਦੀ ਆਜ਼ਾਦੀ ਹੈ, ਲੰਘੀ ਜਾਓ। ਇਹ ਜਿਹੜੀ APMC ਹੈਗੀ ਹੈ ਇਹ ਸਰਕਾਰੀ ਇੱਕ ਮੰਡੀ ਹੈ, ਉਹ 'ਚ ਰੂਲਸ ਐਂਡ ਰੈਗੂਲੇਸ਼ਨਸ ਹੈ, ਟੈਕਸਿਸ ਹੈ। ਉਹਦੇ ਤੁਸੀਂ ਕੰਪੀਟੀਸ਼ਨ 'ਚ ਬਾਹਰ ਇੱਕ ਪ੍ਰਾਈਵੇਟ ਮੰਡੀ ਖੋਲ ਦਿੰਦੇ ਹੋ ਜਿੱਥੇ ਸਭ ਕੁਝ ਹੀ ਖੁੱਲ੍ਹਾ ਹੈ। ਕਿਹੜਾ ਬੰਦਾ ਕੋਈ ਕਿਸੇ ਨੂੰ ਕੁੱਤੇ ਨੇ ਥੋੜੀ ਕੱਟਿਆ ਵੀ ਉੱਥੇ ਜਾਊਗਾ, ਤੇ ਉਹ ਜਿੱਦਣ ਮੰਡੀ ਚੱਲ ਜੂਗੀ ਇਹ ਫੇਲ ਹੋ ਜਾਊਗੀ, ਇਹਨਾਂ ਦੀ ਵਾਹ ਹੋ ਜਾਊਗੀ, ਮੋਨੋਪੋਲੀ ਹੋ ਜਾਊਗੀ, ਕਿਸਾਨ ਵਿਚਾਰਾ ਮਰ ਗਿਆ। ਸਤਿ ਸ੍ਰੀ ਅਕਾਲ। ਹੁਣ ਦੂਜੇ ਕਾਨੂੰਨ ਤੇ ਆ ਜਾਈਏ, ਕੰਟਰੈਕਟ ਵਾਲੇ ਤੇ। ਕੰਟਰੈਕਟ ਇਕਰਾਰਨਾਮਾ, ਇਕਰਾਰ ਹੁੰਦਾ ਦੋ ਬਰਾਬਰ ਦੀਆਂ ਪਾਰਟੀਆਂ 'ਚ, ਕੰਟਰੈਕਟ ਹੁੰਦਾ ਦੋ ਬਰਾਬਰ ਦੀਆਂ ਪਾਰਟੀਆਂ 'ਚ। ਇੱਕ ਜਿਹੜਾ ਗਰੀਬ ਕਿਸਾਨ ਹੈਗਾ ਆ ਉਹ ਅੰਬਾਨੀ ਦੇ ਨਾਲ ਕੰਟਰੈਕਟ ਕਰੂਗਾ ਤਾਂ ਉਹਨਾਂ ਇਨਸਾਫ ਕਿੱਦਾਂ ਹੋਊਗਾ? ਕਿੱਦਾਂ ਜਿਹੜਾ ਕਿਸਾਨ ਹੈਗਾ ਉਹ ਆਪਣੀਆਂ ਸ਼ਰਤਾਂ ਮਨਵਾ ਲੂਗਾ ਅੰਬਾਨੀ ਨੂੰ, ਅਡਾਨੀ ਨੂੰ? ਇਹ ਸੋਚਣ ਵਾਲੀ ਗੱਲ ਹੈ। ਦੂਸਰੀ ਗੱਲ, ਇਹ ਜੇ ਕਹਿੰਦੇ ਆ ਕਿ ਇਹ ਜਿਹੜਾ ਕੰਟਰੈਕਟ ਹੋਊਗਾ ਵੱਡੀਆਂ ਕੰਪਨੀਆਂ ਦਾ ਸਾਡੇ ਜ਼ਿਮੀਂਦਾਰਾਂ ਦੇ ਨਾਲ, ਉਹ ਜਿਹੜੀ SOP ਕਿੱਥੇ ਹੈ, ਉਹ ਜਿਹੜੀਆਂ ਡਿਟੇਲਸ ਕਿੱਥੇ ਹੈਗੀ, ਉਹ ਕੰਟਰੈਕਟ ਦੀਆਂ ਟਰਮਸ ਐਂਡ ਰੈਗੂਲੇਸ਼ਨਸ ਕੀ ਹੋਊਗੀਆਂ, ਕਿਹੜਾ ਆਧਾਰਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਨਿਸ਼ਚਿਤ ਕੀਤਾ ਜਾਊਗਾ? ਦੂਸਰਾ, ਜੇ ਉਹ ਕੰਟਰੈਕਟ ਦੀ ਬ੍ਰੀਚ ਆਫ ਕੰਟਰੈਕਟ ਹੁੰਦੀ ਹੈ, ਕੋਈ ਵੀ ਪਾਰਟੀ ਉਸ ਕੰਟਰੈਕਟ ਨੂੰ ਪੂਰਾ ਨਹੀਂ ਕਰਦੀ, ਇੱਥੇ ਮੈਂ ਜ਼ੋਰ ਦਊਂਗੀ ਜਿਹੜੇ ਵੱਡੇ ਸਰਮਾਏਦਾਰ ਹੈਗੇ ਆ, ਕਿਉਂਕਿ ਇਹਨਾਂ ਕੋਲ ਪੈਸਾ ਹੈ, ਸਾਨੂੰ ਐਕਸਪਲੋਇਟ ਕਰੂਗੇ। ਜੇ ਇਹ ਕੰਟਰੈਕਟ ਦੀਆਂ ਕੋਈ ਸ਼ਰਤਾਂ ਨਹੀਂ ਮੰਨਦੇ ਤਾਂ ਗਾਂ ਉਹਦੇ ਲਈ ਕੀ ਸਿਸਟਮ ਹੈ? ਇਸ ਕਾਨੂੰਨ ਇਸ ਗੱਲ ਦੇ ਉੱਤੇ ਚੁੱਪ ਹੈ। ਔਰ ਜੇ ਇਹਨਾਂ ਤੋਂ ਪੁੱਛਣ ਜਾਓਗੇ ਤੇ ਅੱਗੋਂ ਬੇਵਕੂਫ ਬਣਾਉਣ ਲਈ ਸਾਨੂੰ ਦੱਸਣਗੇ ਜੀ ਵੀ ਉਹ SDM ਜਿਹੜਾ ਹੈਗਾ ਤੁਸੀਂ ਉਹਦੇ ਕੋਲ ਜਾਓਗੇ। SDM ਕੌਣ ਆ? ਜਿਹੜਾ ਇਹਨਾਂ ਨੇ ਚੁਣ ਕੇ ਲਾਇਆ ਹੋਇਆ। ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਇਹਦੇ ਵਿੱਚ 1/3 ਜਿਹੜੇ ਆਰਟੀਕਲਸ ਹੈਗੇ ਆ, ਜਿਹੜਾ ਕਾਨੂੰਨ ਹੈਗਾ ਉਹ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਉੱਤੇ ਹੈ। ਇਹ ਜਿਹੜੀ ਕਨਸਟੀਟਿਊਐਂਟ ਕਮੇਟੀ ਸੀ, ਜਿਹਨਾਂ ਨੇ ਸੰਵਿਧਾਨ ਬਣਾਇਆ ਸੀ, ਉਹ ਪਾਗਲ ਸੀ ਕਿ ਉਹਨਾਂ ਨੇ ਜਿਹੜੀ ਐਗਜ਼ੈਕਟਿਵ ਹੈਗੀ ਹੈ, ਲੈਜਿਸਲੇਚਰ ਹੈਗੀ ਔਰ ਜਿਹੜੀ ਜੁਡੀਸ਼ਰੀ ਹੈਗੀ ਹੈ, ਜੁਡੀਸ਼ਰੀ ਨੂੰ ਉਹ ਤੋਂ ਅਲੱਗ ਰੱਖਿਆ। ਜੇ ਕਾਰਜਪਾਲਿਕਾ ਹੀ ਇਨਸਾਫ ਦੇਣ ਲੱਗ ਗਈ ਤਾਂ ਜੁਡੀਸ਼ਰੀ ਬੰਦ ਕਰ ਦਿਓ, ਤਾਲਾ ਲਾ ਦਿਓ ਸੁਪਰੀਮ ਕੋਰਟ ਨੂੰ। ਸਤਿ ਸ੍ਰੀ ਅਕਾਲ। ਦੂਜੀ ਗੱਲ ਦੇਖੋ, ਜਿਹੜਾ ਇੱਕ ਜੱਜ ਹੁੰਦਾ ਹੈ ਨਾ, ਜੱਜ ਜੁਡੀਸ਼ਰੀ 'ਚ, ਉਹਦਾ ਕੋਈ ਬਹੁਤਾ ਕੁਝ ਵਿਗਾੜ ਨਹੀਂ ਸਕਦਾ। ਮੈਂ ਮੰਨ ਲਓ ਬਠਿੰਡੇ ਲੱਗੀ ਆ, ਮੈਂ ਇਹਨਾਂ ਦਾ ਗੱਲ ਨਹੀਂ ਮੰਨਦੀ, ਵੱਧ ਤੋਂ ਵੱਧ ਮੈਨੂੰ ਚੱਕ ਕੇ ਜਲੰਧਰ ਲਾ ਦੇਣਗੇ। ਮੈਂ ਜਲੰਧਰ ਮੈਂ ਇਹਨਾਂ ਦੀ ਗੱਲ ਨਹੀਂ ਮੰਨੂਗੀ, ਮੈਨੂੰ ਚੱਕ ਕੇ ਹੁਸ਼ਿਆਰਪੁਰ ਲਾ ਦੇਣਗੇ। ਇਸ ਤੋਂ ਬਾਅਦ ਜੱਜ ਦਾ ਕੁਝ ਵਿਗਾੜ ਨਹੀਂ ਸਕਦੇ। ਪਰ ਜਿਹੜੀਆਂ PCS ਐਗਜ਼ੈਕਟਿਵ ਦੀਆਂ ਪੋਸਟਾਂ ਹੈਗੀਆਂ ਆ, ਜਿੱਥੇ ਅਸੀਂ ਗੱਲ ਕਰਦੇ ਹਾਂ SDM ਵਗੈਰਾ ਦੀ, DCਆਂ ਦੀ, ਇਹਨਾਂ ਦੇ ਵਿੱਚ ਇੱਦਾਂ ਦੀਆਂ ਕੁਰਸੀਆਂ ਹੁੰਦੀਆਂ ਜਿਹੜੀਆਂ ਕਈ ਚਪੜਾਸੀਆਂ ਨਾਲੋਂ ਵੀ ਭੈੜੀਆਂ ਹੁੰਦੀਆਂ। ਇਹ ਫਿਰ ਕੰਮ ਦੀ ਕੁਰਸੀ ਦੇ ਉਸੇ ਬੰਦੇ ਨੂੰ ਲਾਉਂਦੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ, ਜਿਹੜੇ ਇਹਨਾਂ ਨਾਲ ਰਲੇ ਆ, ਜਿਹਨਾਂ ਨੂੰ ਇਹ ਪੈਸਾ ਦਿੰਦੇ ਆ, ਬਾਕੀਆਂ ਨੂੰ ਇਹ ਖੂੰਜੇ ਲਾ ਦਿੰਦੇ ਆ। ਕੋਈ SDM ਤੁਹਾਡੇ ਹੱਕ 'ਚ ਫੈਸਲਾ ਕਰਨਾ ਵੀ ਚਾਹੂਗਾ ਤਾਂ ਉਹਨੂੰ ਰਾਤੋਂ ਰਾਤ ਬਦਲ ਕੇ ਖੂੰਜੇ ਲਾ ਦੇਣਗੇ ਇਹ। ਬਾਕੀ ਇੱਥੇ ਮੈਨੂੰ ਇੱਕ ਹੋਰ ਮੇਰੇ ਧਿਆਨ 'ਚ ਗੱਲ ਆ ਰਹੀ ਹੈ ਕਿ ਜਿਹੜਾ ਸਾਡਾ ਇਨਵਾਇਰਮੈਂਟ ਐਕਟ ਹੈ ਹਿੰਦੁਸਤਾਨ ਦਾ, ਉਹਦੇ ਵਿੱਚ ਇਹ ਪ੍ਰਾਵਧਾਨ ਹੈ ਕਿ ਜਿਹੜਾ ਇੰਡਸਟਰੀ ਦਾ ਗੰਦਾ ਪਾਣੀ ਹੈ, ਸੀਵਰੇਜ ਦਾ ਪਾਣੀ ਹੈ, ਐਫਲੂਐਂਟਸ ਹੈਗੇ ਆ, ਉਹ ਜਿਹੜੇ ਸਾਡੇ ਨੈਚੁਰਲ ਸੋਰਸਿਸ ਆ ਪਾਣੀ ਦੇ, ਕੋਈ ਸਾਡੇ ਚੋਅ ਆ, ਕੋਈ ਸਾਡੇ ਦਰਿਆ ਆ, ਉਹਨਾਂ ਦੇ ਵਿੱਚ ਨਹੀਂ ਜਾਊਗਾ। ਔਰ ਇਹ ਗੱਲ ਇਨਸ਼ੋਰ ਕੌਣ ਕਰੂਗਾ? SDM ਕਰੂਗਾ। ਹੁਣ ਤੁਸੀਂ ਬਿਆਸ ਦਾ ਪਾਣੀ ਦੇਖ ਲਓ ਤੇ ਸਤਲੁਜ ਦੇ ਪਾਣੀ ਦਾ ਰੰਗ ਦੇਖ ਲਓ। ਸਮਝ ਰਹੇ ਤੁਸੀਂ ਮੇਰੀ ਗੱਲ? SDM ਜਿਹੜੇ ਹੈਗੇ ਆ ਇਹ ਉੱਥੇ ਕਿਉਂ ਨਹੀਂ ਜਾਂਦੇ? ਔਰ ਜਿਹੜੀ ਹਮੀਰੇ ਸ਼ਰਾਬ ਦੀ ਫੈਕਟਰੀ ਆ, ਸਾਰਾ ਉਹਦਾ ਗੰਦ ਕਿੱਥੇ ਜਾਂਦਾ ਆ? ਗੁਰਦਾਸਪੁਰ ਜਿਹੜੀ ਉੱਥੇ ਗੰਨਾ ਮਿਲ ਆ, ਉਹਦਾ ਸਾਰਾ ਸੀਰੇ ਵਾਲਾ ਪਾਣੀ ਕਿੱਥੇ ਜਾਂਦਾ ਆ? ਉਹ ਤਾਂ ਅਜੇ ਤੱਕ ਕਿਸੇ SDM ਨੇ ਇਨਸ਼ੋਰ ਕੀਤਾ ਨਹੀਂ। ਤੁਹਾਡੇ ਵਿੱਚੋਂ ਮੇਰੇ ਕਿਸਾਨ ਬਜ਼ੁਰਗ ਬੈਠੇ ਆ, ਮੇਰੇ ਭਰਾ ਬੈਠੇ ਆ, ਇਹ ਜਿਹੜੀ ਗੰਨੇ ਦੀਆਂ ਮਿੱਲਾਂ ਹੈ, ਸੌਰੀ ਆ ਜਿਹੜੀਆਂ ਖੰਡ ਦੀਆਂ ਮਿੱਲਾਂ ਹੈਗੀਆਂ ਆ, 14 ਦਿਨਾਂ 'ਚ ਇਹਨਾਂ ਨੇ ਪੈਸਾ ਦੇਣਾ ਹੁੰਦਾ, ਨਹੀਂ ਤਾਂ ਮੁੜ ਕੇ ਵਿਆਜ ਪੈਂਦਾ। SDM ਨੇ ਦਵਾਤਾ ਉਹ ਪੈਸਾ। ਇਹ ਕਿਹਨੂੰ ਬੇਵਕੂਫ ਬਣਾ ਰਹੇ ਆ? ਜ਼ਿੰਦਾਬਾਦ, ਜ਼ਿੰਦਾਬਾਦ। ਔਰ ਜੇ ਜੁਡੀਸ਼ਰੀ ਦੀ ਲੋੜ ਹੀ ਹੈ ਨਹੀਂ ਗੀ,
ਇਹ ਡਿਕਟੇਟਰਸ਼ਿਪ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਜੁਡੀਸ਼ਰੀ ਦੀ ਲੋੜ ਨਹੀਂ ਗੀ ਤਾਂ ਤਾਲੇ ਮਾਰ ਦਿਓ। ਕਿਉਂ ਇੰਨਾ ਪੈਸਾ ਦੇਣ ਦੇ ਹੋ ਤੁਸੀਂ ਜੱਜਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ? ਤੀਜੀ ਗੱਲ ਜੇ ਆ ਜਾਈਏ ਉਹ ਐਸੈਂਸ਼ੀਅਲ ਕਮੋਡਿਟੀ ਵਾਲੇ ਐਕਟ ਤੇ, ਇੱਕ ਹੋਰ ਗੱਲ ਰਹਿ ਗਈ ਸੀ ਕਿ ਜਿਹੜਾ ਇਹ ਕੰਟਰੈਕਟ ਵਾਲਾ ਐਕਟ ਹੈਗਾ ਆ, ਇਹਦੇ ਵਿੱਚ ਇੱਕ ਇਹਨਾਂ ਨੇ ਹੋਰ ਕੁੰਡੀ ਰੱਖੀ ਹੈ। ਅਦਰਵਾਈਜ਼ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡੇ ਕਿਸਾਨ ਜਿਹੜਾ ਬੰਦਾ ਫਸਲ ਪੈਦਾ ਕਰਦਾ ਆ ਉਹ ਤੋਂ ਬਿਨਾਂ ਫਸਲ ਨੂੰ ਕੋਈ ਜਿਹੜਾ ਹੋਲਡ ਨਹੀਂ ਕਰ ਸਕਦਾ। ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਰਤੀ ਕਿ ਜਿਹੜਾ ਬੰਦਾ ਜਿਹਦਾ ਕੰਟਰੈਕਟ ਹੋਇਆ ਹੋਊਗਾ ਕਿ ਮੈਂ ਫਾਰਮਰ ਤੋਂ ਫਸਲ ਚੱਕੂੰਗਾ, ਉਹ ਆਪਣੇ ਕੋਲ ਭੰਡਾਰਨ ਕਰ ਸਕਦਾ ਫਸਲ ਦਾ। ਇੱਧਰੋਂ ਕਿਸਾਨ ਉੱਦਾਂ ਮਰਿਆ ਤੇ ਜਦੋਂ ਖਪਤਕਾਰ ਵੱਲੋਂ ਬਾਜ਼ਾਰ 'ਚ ਲੈਣ ਜਾਊਗਾ ਉਹ ਉੱਦਾਂ ਮਰੂਗਾ। ਤੇ ਤੀਜੀ ਜੇ ਗੱਲ ਕਰੀਏ ਐਸੈਂਸ਼ੀਅਲ ਕਮੋਡਿਟੀ ਵਾਲੇ ਐਕਟ ਦੀ, ਕੋਈ ਵੀ ਕਾਨੂੰਨ ਉਦੋਂ ਬਦਲਦਾ ਆ ਜੇ ਉਹਦੇ ਦੇ ਵਿੱਚ ਕੋਈ ਨੁਕਸ ਹੋਵੇ। ਪਹਿਲੇ ਤਾਂ ਸਰਕਾਰ ਆ ਕੇ ਇਹ ਸਮਝਾਵੇ, ਇਹ ਸਾਨੂੰ ਦੱਸੇ। ਮੈਂ ਨੈਸ਼ਨਲ ਮੀਡੀਆ ਤੇ ਸੁਣਦੀ ਹਾਂ, ਕਹਿੰਦੇ ਜੀ ਇਹਨਾਂ ਦੇ ਤਾਂ ਬੱਚੇ ਅਨਪੜ੍ਹ ਆ। ਮੈਂ ਖੜੀ ਹਾਂ ਇੱਥੇ, ਮੇਰੇ ਨਾਲ ਗੱਲ ਕਰਨ, ਜਿਹੜੇ ਮਰਜ਼ੀ ਟੇਬਲ ਤੇ ਬੈਠ ਕੇ ਗੱਲ ਕਰਨ, ਜਿੱਥੇ ਮਰਜ਼ੀ ਬੁਲਾ ਲੈਣ। ਸਤਿ ਸ੍ਰੀ ਅਕਾਲ। ਇਹ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਾਉਣ ਕਿ ਜਿਹੜਾ ਪਿਛਲਾ ਐਕਟ ਸੀਗਾ ਉਹਦੇ ਵਿੱਚ ਗਲਤ ਕੀ ਸੀ। ਸੋਧ ਤਾਂ ਉਦੋਂ ਕਰੂੰਗੇ ਨਾ ਜਦੋਂ ਗਲਤੀ ਹੋਵੇ। ਉਹ 'ਚ ਕੀ ਗਲਤ ਸੀਗਾ ਜਿਹਨੂੰ ਸੁਧਾਰਿਆ ਗਿਆ ਆ। ਹੁਣ ਤੁਸੀਂ ਇਹ ਬੜੀ ਇੱਕ ਗੇਮ ਹੈਗੀ ਆ ਕਿ ਜਿਹੜਾ ਇਹਨਾਂ ਦੇ ਹੈਗੇ ਆ ਪਿਓ ਅੰਬਾਨੀ ਤੇ ਅਡਾਨੀ ਤੇ ਇੱਦਾਂ ਦੇ ਹੋਰ, ਇਹ ਉੱਧਰ ਭੰਡਾਰਨ ਕਰਦੇ ਰਹੂਗੇ, ਇੱਥੇ ਭੁੱਖਮਰੀ ਮਚੂਗੀ। ਜਦੋਂ ਉੱਤੇ ਕੀਮਤਾਂ ਚੜਨਗੀਆਂ ਤੇ ਆਪਣੇ ਭਾਵਾਂ ਨੂੰ ਉਹ ਵੇਚੂਗੇ। ਇਸ ਕਰਕੇ ਇਹ ਜਿਹੜੀਆਂ ਛੋਟੀਆਂ ਗੱਲਾਂ ਇਹਨਾਂ ਨੂੰ ਸਮਝਣ ਦੀ ਬਹੁਤ ਲੋੜ ਸੀ। ਮੈਂ ਇਸ ਕਰਕੇ ਇਹਨਾਂ ਦੇ ਉੱਤੇ ਤੁਹਾਡੇ ਨਾਲ ਡਿਸਕਸ਼ਨ ਕੀਤੀ ਹੈ। ਤੇ 3 ਦਿਨ ਮੈਨੂੰ ਹੋ ਗਏ ਇੱਥੇ ਆਉਂਦਿਆਂ ਨੂੰ। ਬਹੁਤ ਮੈਂ ਸੁਣਦੀ ਰਹਿੰਦੀ ਹਾਂ, ਇੱਕ ਤੋਂ ਵੱਧ ਇੱਕ ਬੁਲਾਰੇ ਆਉਂਦੇ ਆ। ਮੈਂ ਬੜੀ ਨਮਾਣੀ ਜੀ ਚੀਜ਼ ਆ ਉਹਨਾਂ ਦੇ ਅੱਗੇ। ਤਜਰਬੇ 'ਚ ਵੀ ਮੇਰੇ ਤੋਂ ਵੱਡੇ ਨੇ, ਉਮਰਾਂ 'ਚ ਵੀ ਵੱਡੇ ਨੇ, ਪਰ ਦਿਨ ਰਾਤ ਸੋਚਦੀ ਵੀ ਰਹਿੰਦੀ ਹਾਂ ਜਦ ਆਪਣੇ ਬਜ਼ੁਰਗਾਂ ਨੂੰ, ਆਪਣੇ ਪਿਓਆਂ ਨੂੰ, ਮਾਵਾਂ ਨੂੰ ਸੜਕਾਂ 'ਤੇ ਪਏ ਦੇਖਦੀ ਹਾਂ। ਇਸ ਕਰਕੇ ਮੌਕਾ ਮਿਲਿਆ ਤਾਂ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਅੱਜ। ਦੇਖੋ, ਇਹ ਜਿਹੜੇ 3 ਕਾਨੂੰਨ ਹੈ ਨਾ, ਜਿਹੜਾ ਵੀ ਬੰਦਾ ਸਟੇਜ 'ਤੇ ਆਉਂਦਾ ਇਹ 3 ਕਾਨੂੰਨਾਂ ਦੀ ਗੱਲ ਕਰਦਾ। ਮੈਂ ਕੱਲ੍ਹ ਉੱਥੇ ਵੱਡੀ ਸਟੇਜ 'ਤੇ ਵੀ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਅੰਦੋਲਨ ਹੈ ਨਾ, ਇਹ ਕੋਈ ਆਮ ਅੰਦੋਲਨ ਨਹੀਂ ਗਾ। ਇਹ ਜਿਹੜੇ ਸਾਡੇ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ, ਉਹਨਾਂ ਦੇ ਸਿਧਾਂਤਾਂ ਦੇ ਉੱਤੇ ਆਧਾਰਿਤ ਅੰਦੋਲਨ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ। ਅਸੀਂ ਜਿੱਦਣ ਘਰੋਂ ਤੁਰੇ ਸੀ ਇਹ ਮੰਨ ਕੇ ਹੀ ਤੁਰੇ ਸੀ ਵੀ ਜਿੱਤ ਸਾਡੀ ਹੋਣੀ ਆ, ਅਸੀਂ ਜਿੱਤੇ ਹੀ ਹੋਏ ਆ। ਇਹ ਜਿੱਤ ਦਾ ਐਲਾਨ ਕਿੱਦਣ ਹੋਊਗਾ ਔਰ ਇਹਦੀ ਕੀਮਤ ਸਾਨੂੰ ਕੀ ਚੁਕਾਉਣੀ ਪਊਗੀ ਇਹ ਸਮਾਂ ਦੱਸੂਗਾ, ਪਰ ਉੱਦਾਂ ਅਸੀਂ ਜਿੱਤੇ ਹੀ ਹੋਏ ਆ। ਇਸ ਕਰਕੇ ਮੈਂ ਤੋਂ ਅਗਲੀ ਗੱਲ ਕਰਨਾ ਚਾਹੁੰਦੀ ਹਾਂ। ਇਹ ਕਾਨੂੰਨ ਹੋ ਗਏ ਰੱਦ, ਅਸੀਂ ਮੁੜ ਕੇ ਚੱਲ ਜਾਵਾਂਗੇ ਘਰਾਂ ਨੂੰ। ਫਿਰ ਇਹ ਕੁਛ ਇੱਦਾਂ ਦਾ ਹੋਰ ਘੜ ਦਊਗੇ ਕਿਸੇ ਹੋਰ ਚੀਜ਼ ਦੇ ਉੱਤੇ, ਫਿਰ ਅਸੀਂ ਆਪਣਾ ਬੋਰੀ ਬਿਸਤਰਾ ਚੱਕ ਕੇ ਦਿੱਲੀ ਨੂੰ ਆਵਾਂਗੇ। ਇਹ ਜਿਹੜੇ ਕਾਨੂੰਨ ਆ ਜਾਂ ਇਹ ਕਾਨੂੰਨਾਂ ਦੇ ਲਈ ਜਿਹੜਾ ਅਸੀਂ ਅੱਜ ਖੜੇ ਹੋਏ ਆ, ਇਹ ਦੇਖੋ ਇਹ ਬਿਮਾਰੀ ਦਾ ਸਿੰਪਟਮ ਆ। ਜਦੋਂ ਢਿੱਡ 'ਚ ਪੀੜ ਹੁੰਦੀ ਆ ਤੇ ਡਾਕਟਰ ਪੇਨ ਕਿਲਰ ਦਈ ਜਾਵੇ ਤੇ ਤੁਹਾਡੀ ਪੀੜ ਦੱਬੀ ਜਾਵੇ ਤੇ ਬਿਮਾਰੀ ਨਾ ਲੱਭੇ ਕਿਹੜੀ ਆ, ਉਹ ਚੰਗਾ ਡਾਕਟਰ ਨਹੀਂ। ਚੰਗਾ ਡਾਕਟਰ ਉਹ ਆ ਜਿਹੜਾ ਤੁਹਾਨੂੰ ਇਹ ਤੁਹਾਡੀ ਨਬਜ਼ ਫੜੇ ਕਿ ਢਿੱਡ 'ਚ ਪੀੜ ਹੁੰਦੀ ਕਿਉਂ ਆ ਤੇ ਉਹਦਾ ਇਲਾਜ ਕਰੇ। ਠੀਕ ਹੈ ਨਾ। ਹੁਣ ਆਪਣੀ ਪ੍ਰੋਬਲਮ ਇੱਥੇ ਕੀ ਆ, ਜੇ ਅਸੀਂ ਆਪਣਾ ਮਾੜਾ ਜਿਹਾ ਆਪਣੇ ਅੰਤਰ ਆਤਮਾ 'ਚ ਝਾਤੀ ਮਾਰ ਕੇ ਸਾਰੇ ਜਾਣੇ ਦੇਖੀਏ ਤਾਂ ਜ਼ਿੰਮੇਦਾਰ ਇਹਦੇ ਲਈ ਅਸੀਂ ਹੀ ਆ। ਜਦ ਅਸੀਂ ਇੱਦਾਂ ਦੇ ਬੰਦਿਆਂ ਨੂੰ ਚੁਣ ਕੇ ਆਪਣੀ ਸੰਸਦ ਵਿੱਚ ਭੇਜਾਂਗੇ, ਸੰਸਦ ਤੁਹਾਨੂੰ ਪਤਾ ਨਾ ਸੰਸਦ ਦਾ ਕੰਮ ਕੀ ਹੁੰਦਾ, ਕਾਨੂੰਨ ਬਣਾਉਣਾ। ਮੈਨੂੰ ਕਿੰਨੇ 20 ਸਾਲ ਹੋ ਗਏ ਕਾਨੂੰਨ ਪੜ੍ਹਦਿਆਂ ਨੂੰ। ਠੀਕ ਹੈ ਨਾ। ਹਾਲੇ ਵੀ ਕੋਈ ਗੱਲ ਹੁੰਦੀ ਤਾਂ ਕਿਤਾਬਾਂ ਲੈ ਕੇ ਬਹਿਣਾ ਹੁੰਦਾ। ਤੇ ਇਹ ਕਿਹੜੇ ਲੋਕ ਹੈ, ਤੁਸੀਂ ਆਪ ਸਿਆਣੇ ਹੋ ਸਾਰੇ। ਠੀਕ ਹੈ ਨਾ। ਜਦ ਅਸੀਂ ਵਧੀਆ ਸ਼ਰਾਬ ਦੇ ਲਈ 500 ਲਈ 1000 ਰੁਪਏ ਦੇ ਲਈ, ਠੀਕ ਹੈ ਨਾ, ਉਸ ਵੇਲੇ ਵੋਟ ਦੇ ਦਿੰਦੇ ਆ ਜਿਹਨੂੰ ਮਰਜ਼ੀ, ਜਿਹੜਾ ਸਾਡੇ ਸਾਹਮਣੇ ਆ ਜਾਵੇ, ਤੇ ਫਿਰ ਬਿਸਤਰੇ ਸੜਕਾਂ 'ਤੇ ਹੀ ਲੱਗਣੇ ਆ ਤੇ ਆਉਣ ਵਾਲੀਆਂ ਨਸਲਾਂ ਦੇ ਵੀ ਇੱਦਾਂ ਹੀ ਲੱਗਣਗੇ। ਇਸ ਸਤਿ ਸ੍ਰੀ ਅਕਾਲ। ਇਸ ਕਰਕੇ ਜਿਹੜਾ ਅਵਾਮ ਹੈ ਨਾ, ਇਹਦੇ ਵਿੱਚ ਜਿੰਨੀ ਸ਼ਕਤੀ ਹੈ, ਜਿੰਨੀ ਤਾਕਤ ਹੈ, ਜਿਹੜਾ ਸਮੁੰਦਰ ਹੁੰਦਾ ਬੂੰਦ ਬੂੰਦ ਪਾਣੀ ਦੇ ਨਾਲ ਬਣਦਾ ਹੈ, ਔਰ ਉਹ ਜਿਹੜਾ ਸਮੁੰਦਰ ਫਿਰ ਜਦੋਂ ਉੱਠਦਾ ਤਾਂ ਸੈਲਾਬ ਬਣ ਜਾਂਦਾ ਹੈ। ਇਹ ਜਿਹੜਾ ਅਵਾਮ ਹੈ ਨਾ, ਅਵਾਮ ਇਹ ਫਰਸ਼ ਤੋਂ ਬੰਦੇ ਨੂੰ ਅਰਸ਼ ਤੇ ਅਰਸ਼ ਤੋਂ ਬੰਦੇ ਨੂੰ ਫਰਸ਼ ਤੇ ਲਿਆ ਸਕਦਾ ਹੈ। ਆਪਣੀ ਤਾਕਤ ਪਹਿਚਾਨੋ। ਇਹ ਨਾ ਸੋਚਿਆ ਕਰੋ ਕਿ ਅਸੀਂ ਕੀ ਕਰਨਾ ਹੈ। ਮੈਂ ਤਾਂ ਇਹੀ ਸੋਚਦੀ ਹਾਂ, 38 ਸਾਲ ਮੇਰੀ ਉਮਰ ਹੋਣ ਲੱਗੀ ਆ ਤਾਂ ਹਰ ਬੰਦਾ ਇਹ ਕਹਿੰਦਾ ਰਹਿੰਦਾ ਸਰਕਾਰ ਮਾੜੀ ਆ,
ਸਾਡੇ ਤਾਂ ਕਿਸਮਤ ਮਾੜੀ ਹੈ। ਨਹੀਂ, ਕਿਸਮਤ ਅਸੀਂ ਆਪਣੀ ਆਪ ਲਿਖਦੇ ਹਾਂ। ਕਮ ਸੇ ਕਮ ਮੈਂ ਕਹਿ ਕੇ ਨਹੀਂ ਜੀਣਾ ਚਾਹੁੰਦੀ, ਇਸੇ ਕੋਸ਼ਿਸ਼ ਲਈ ਅੱਜ ਮੈਂ ਇੱਥੇ ਆਈ ਹਾਂ। ਮੈਂ ਰੋਜ਼ ਇੱਥੇ ਆਉਂਦੀ ਹਾਂ ਤਾਂ ਕਿ ਮੈਂ ਆਪਣੀਆਂ ਮਾਵਾਂ ਨਾਲ, ਆਪਣੇ ਪਿਓਾਂ ਨਾਲ, ਭਰਾਵਾਂ ਨਾਲ, ਭੈਣਾਂ ਨਾਲ ਆਪਣੇ ਜਿਹੜੀ ਦਿਲ ਦੀਆਂ ਗੱਲਾਂ ਉਹ ਸਾਂਝੀਆਂ ਕਰ ਸਕਾਂ। ਇਸ ਕਰਕੇ ਆਓ ਸੰਕਲਪ ਕਰੋ ਕਿ ਜਦ ਵੀ ਵੋਟ ਪਾਉਣੀ ਹੈ ਅੱਗੇ ਤੋਂ ਇਹ ਦੇਖ ਕੇ ਨਹੀਂ ਪਾਣੀ ਕਿ ਮੈਨੂੰ ਸ਼ਰਾਬ ਕਿਹਨੇ ਦਿੱਤੀ ਆ, ਮੈਨੂੰ ਪੈਸਾ ਕਿਹਨੇ ਦਿੱਤਾ, ਤੇ ਇਹਦੀ ਜਾਤ ਕੀ ਆ, ਇਹਦੀ ਧਰਮ ਕੀ ਆ। ਠੀਕ ਹੈ ਨਾ। ਹੁਣ ਜਿਹੜੇ ਅਡਾਨੀ ਅੰਬਾਨੀ ਦੀ ਕਿਉਂ ਲੋੜ ਆ, ਇਹ ਜਿਹੜੀ ਸਰਕਾਰ ਹੈ, ਜਾਂ ਮੈਂ ਬੰਦੇ ਦਾ ਨਾਂ ਲੈਣ ਨੂੰ ਵੀ ਮੇਰਾ ਤਾਂ ਜੀ ਨਹੀਂ ਕਰਦਾ, ਇਹ ਜਿਹੜਾ ਬੰਦਾ ਆ ਇਹਨੂੰ ਪੈਸਿਆਂ ਦੀ ਕਿਉਂ ਲੋੜ ਆ ਵੀ ਸਾਨੂੰ ਖਰੀਦਣਾ ਇਹਨੇ। ਠੀਕ ਹੈ ਨਾ। ਸਾਨੂੰ ਤਾਂ ਰੱਬ ਨੇ ਪੈਦਾ ਕੀਤਾ ਹੈ, ਸਾਡੇ ਅੰਦਰ ਵਾਹਿਗੁਰੂ ਆਪ ਵਸਦਾ, ਸਾਡੀ ਤਾਂ ਕੋਈ ਕੀਮਤ ਹੀ ਹੈ ਨਹੀਂ, ਅਮੁੱਲ ਆ ਅਸੀਂ, ਅਮੁੱਲ, ਤੇ ਅਸੀਂ ਆਪਣੀਆਂ ਕੀਮਤਾਂ ਆਪ ਘਟਾਤੀਆਂ। ਮੈਂ ਕਹਿੰਦੀ ਹਾਂ ਮੈਨੂੰ ਕੋਈ ਬੰਦਾ ਆ ਕੇ ਕਵੇ ਕਿ ਯਾਰ ਲੈ ਤੂੰ ਇੰਨੇ ਪੈਸੇ ਲੈ ਤੈਨੂੰ ਖਰੀਦਣਾ ਆ, ਮੈਂ ਤਾਂ ਪਤਾ ਨਹੀਂ ਕੀ ਕਰ ਦਊਂਗੀ। ਠੀਕ ਹੈ ਨਾ। ਜਿਹੜੀ ਆਪਣੀ ਇੱਜ਼ਤ ਸਭ ਤੋਂ ਪਹਿਲੇ ਅਸੀਂ ਆਪ ਕਰੀਏ। ਅਮੁੱਲ ਰੱਬ ਨੇ ਸਾਨੂੰ ਪੈਦਾ ਕੀਤਾ, ਸਾਡੇ ਅੰਦਰ ਜਿਹੜਾ ਆ ਪਰਮਾਤਮਾ ਦਾ ਵੇਸ਼ ਹੈ, ਉਹਨੂੰ ਪਹਿਚਾਨੀਏ। ਇੱਕ ਬੰਦਾ ਕੌਣ ਹੁੰਦਾ ਸਾਨੂੰ ਖਰੀਦਣ ਵਾਲਾ? ਬੰਦੇ ਦੀ ਕੋਈ ਔਕਾਤ ਨਹੀਂ ਕਿ ਸਾਨੂੰ ਖਰੀਦ ਲਵੇ। ਇਹਨਾਂ ਬੰਦਿਆਂ ਨੂੰ ਅਸੀਂ ਆਪ ਉੱਥੇ ਬਿਠਾਉਂਦੇ ਹਾਂ, ਮੁੜ ਕੇ ਅੱਜ ਅਸੀਂ ਸੜਕਾਂ 'ਤੇ ਆਪ ਇਹਨਾਂ ਅੱਗੇ ਖੜ੍ਹੇ ਹਾਂ, ਮੇਰੀ ਬਿੱਲੀ ਮੈਨੂੰ ਮਿਆਉ। ਅਤੇ ਜੇ ਅਸੀਂ ਜਾਗਰੂਕ ਹੋ ਜਾਵਾਂਗੇ, ਇੱਦਾਂ ਦੇ ਬੰਦਿਆਂ ਨੇ ਖੜ੍ਹੇ ਹੀ ਨਹੀਂ ਹੋਣਾ। ਇੱਦਾਂ ਦੇ ਬੰਦੇ, ਜੇ ਤੁਹਾਨੂੰ ਖਰੀਦਿਆ ਨਾ ਜਾ ਸਕਦਾ ਹੋਵੇ ਤੇ ਮੋਦੀ ਨੂੰ ਪੈਸੇ ਦੀ ਲੋੜ ਹੈ ਨਹੀਂ। ਇਸ ਕਰਕੇ ਇਸ ਗੱਲ ਦੇ ਉੱਤੇ ਜ਼ਰਾ ਗੌਰ ਕਰੋ। ਤੀਸਰਾ ਪੁਆਇੰਟ ਮੇਰਾ ਇਹ ਹੈ, ਸਾਡੀਆਂ ਮਾਣਯੋਗ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਪਰਸੋਂ ਕਿ ਜਿੰਨੇ ਵੀ ਰਿਲਾਇੰਸ ਦੇ ਪ੍ਰੋਡਕਟਸ ਹੈਗੇ ਆ ਇਹਨਾਂ ਨੂੰ ਅਸੀਂ ਨਾ ਖਰੀਦੀਏ। ਬਹੁਤ ਹੀ ਵਧੀਆ ਫੈਸਲਾ ਹੈ। ਪਰ ਮੈਂ ਕਹਿੰਦੀ ਹਾਂ ਸਿਰਫ ਰਿਲਾਇੰਸ ਹੀ ਕਿਉਂ, ਇਸ ਹਿੰਦੁਸਤਾਨ ਕੀ ਹੈ, ਭਾਰਤ ਕੀ ਹੈ, ਪੰਜਾਬ ਕੀ ਹੈ, ਇੱਥੇ ਦਾ ਆਵਾਮ ਹੈ। ਜਿਹੜਾ ਮੁਲਕ ਹੁੰਦਾ ਆ ਉਹ ਆਪਣੇ ਲੋਕਾਂ ਨਾਲ ਜਾਣਿਆ ਜਾਂਦਾ ਆ। ਇਹਨੂੰ ਬਣਾਉਣ ਵਾਲੇ ਵੀ ਅਸੀਂ ਹਾਂ ਤੇ ਵਿਗਾੜਨ ਵਾਲੇ ਵੀ ਅਸੀਂ ਹਾਂ। ਸਾਰੇ ਜਾਣੇ ਸਹੁੰ ਪਾ ਲਓ ਇੱਥੇ ਖੜੇ ਹੋ ਕੇ ਕਿ ਕੋਈ ਵੀ ਚੀਜ਼ ਜਿਹਨੂੰ ਪ੍ਰਾਈਵੇਟਾਈਜ਼ ਕਰਕੇ ਵੇਚਿਆ ਜਾਂਦਾ ਹੈ, ਆਟਾ, ਤੁਸੀਂ ਆ ਮੋਲ 'ਚ ਆਟਾ ਲੈਣ ਚੱਲ ਜਾਓ, ਰੰਗ ਬਰੰਗੇ ਲਿਫਾਫੇ ਚੜ੍ਹਾ ਕੇ ਉੱਤੇ ਉਹਨਾਂ ਦੇ ਬੰਨ ਸਵੰਨੇ ਨਾਂ ਦੇ ਕੇ ਉਹਨਾਂ ਨੂੰ ਵੇਚਦੇ ਆ। ਉਹੀ ਆਟਾ ਅਸੀਂ ਜਿਹੜੀ ਦੁਕਾਨ ਕੋਨੇ 'ਤੇ ਸਾਡੇ ਮੁਹੱਲੇ 'ਚ ਹੈਗੀ ਉੱਥੋਂ ਕਿਉਂ ਨਹੀਂ ਲੈ ਸਕਦੇ? ਦਾਲਾਂ ਲੈਣ ਚੱਲ ਜਾਓ, ਔਰਗੈਨਿਕ ਦਾਲ, ਪਤਾ ਨਹੀਂ ਫਲਾਨੀ ਦਾਲ, ਧਮਕਾਨੀ ਦਾਲ, ਉਹ ਜਿਹੜੀ ਕਿਸਾਨ ਤੋਂ ਕੌਡੀਆਂ ਦੇ ਭਾਅ ਚੱਕੀ ਹੋਈ ਆ, ਅਤੇ ਉੱਥੇ ਵਧੀਆ ਲਿਫਾਫਾ ਚੜ੍ਹਾ ਕੇ ਏਸੀ ਵਾਲੀ ਦੁਕਾਨ 'ਚ ਉਹਨੂੰ ਕਿਸ ਭਾਅ ਵੇਚਦੇ ਆ। ਸਾਰੇ ਜਾਣੇ ਸੰਕਲਪ ਕਰੋ ਕਿ ਅਸੀਂ ਕੋਈ ਵੀ ਚੀਜ਼ ਜਿਹਨੂੰ ਇੱਦਾਂ ਪ੍ਰਾਈਵੇਟਾਈਜ਼ ਕਰਕੇ ਬਾਜ਼ਾਰ 'ਚ ਵੇਚਿਆ ਜਾਂਦਾ ਉਹ ਨਹੀਂ ਖਰੀਦਣੀ। ਉਹਦੇ ਨਾਲ ਜਿਹੜਾ ਸਾਡਾ ਛੋਟਾ ਦੁਕਾਨਦਾਰ ਹੈਗਾ, ਸਾਡੇ ਦੇਖੋ ਸਾਰੇ ਸਾਡੇ ਦੁਕਾਨਦਾਰ, ਆੜ੍ਹਤੀਏ, ਥੱਲੇ ਹਰ ਵਰਗ ਸਾਡੇ ਨਾਲ ਅੱਜ ਆ ਕੇ ਖੜ੍ਹਾ ਹੈ। ਅਸੀਂ ਵੀ ਇਹਨਾਂ ਲਈ ਹੁਣ ਕੁਝ ਕਰੀਏ, ਇੱਕ ਮੌਕਾ ਹੈ, ਇੱਕ ਦੂਜੇ ਲਈ ਅਸੀਂ ਕਰਾਂਗੇ ਤਾਂ ਹੀ ਇਹ ਹਿੰਦੁਸਤਾਨ ਨੂੰ ਅਸੀਂ ਵਧੀਆ ਸਿਰਜ ਸਕਾਂਗੇ। ਉਹ ਜਿਹੜਾ ਛੋਟਾ ਦੁਕਾਨਦਾਰ ਹੈ 1 ਰੁਪਈਆ 2 ਰੁਪਈਆ ਵਾਧੂ ਲਾ ਲਊਗਾ, ਕੋਈ ਗੱਲ ਨਹੀਂ, ਉਹਨਾਂ ਕਿੰਨੀ ਇੰਪਲੋਇਮੈਂਟ ਜਨਰੇਟ ਹੋਊਗੀ। ਇਹ ਜਿਹੜੇ ਵੱਡੇ ਸਰਮਾਏਦਾਰ ਹੈਗੇ ਇਹਨਾਂ ਦੇ ਖੀਸੇ ਖਾਲੀ ਹੋ ਜਾਊਗੇ। ਇੱਕ ਵਾਰ ਸਟੈਂਡ ਤਾਂ ਲੈ ਕੇ ਦੇਖੋ, ਇੱਕ ਵਾਰ ਇਹ ਤੁਸੀਂ ਪ੍ਰਣ ਤਾਂ ਕਰੋ ਕਿ ਇਹਨਾਂ ਨੂੰ ਜਰਾ ਅਕਲ ਸਿਖਾਉਣੀ ਆ। ਦਿਹਾੜੀ ਰਾਤ ਨੂੰ ਤੁਸੀਂ ਸਹੁੰ ਖਾਓਗੇ ਤਾਂ ਸਵੇਰ ਨੂੰ ਇਹਨਾਂ ਨੂੰ ਅਕਲ ਆ ਜਾਊਗੀ। ਬਾਕੀ ਮੇਰੀ ਜਾਂਦੇ ਜਾਂਦੇ ਤੁਹਾਨੂੰ ਫਿਰ ਇਹੀ ਦਰਖਾਸਤ ਹੈ, 2 ਗੱਲਾਂ। ਇੱਕ ਤਾਂ ਜਦ ਕਦੀ ਵੀ ਵੋਟ ਪਾਉਣੀ ਆ ਬਹੁਤ ਸੋਚ ਸਮਝ ਕੇ। ਅਸੀਂ ਫਿਰ ਵੀ ਹੰਢਾ ਲਈ ਸਾਡੀ ਜਿੱਦਾਂ ਦੀ ਸੀਗੀ। ਆਉਣ ਵਾਲੀਆਂ ਨਸਲਾਂ ਦਾ ਜਿਹੜਾ ਭਵਿੱਖ ਆ ਉਹ ਸਾਡੇ ਹੱਥ 'ਚ ਆ। ਕਮ ਸੇ ਕਮ ਆਉਣ ਵਾਲੀਆਂ ਨਸਲਾਂ ਨੂੰ ਇੱਦਾਂ ਸੜਕਾਂ 'ਤੇ ਲੰਮੇ ਨਾ ਪੈਣਾ ਪਵੇ, ਨਾ ਹੀ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਗਾਂਹ ਤੋਂ ਇਹਨਾਂ ਨੂੰ ਪੈਣਾ ਪਵੇ। ਦੂਜਾ ਆ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਮਾਮਲਾ ਆ, ਇਹ ਅਸੀਂ ਆਪ ਹੀ ਸੈੱਟ ਕਰਨਾ। ਜਦ ਖਰੀਦਣ ਹੀ ਨਹੀਂ ਜਾਵਾਂਗੇ ਤਾਂ ਕਿਹਨੂੰ ਵੇਚੂਗੇ ਉਹ? ਠੀਕ ਹੈ ਨਾ। ਤੇ ਹੁਣ ਜਾਂਦੇ ਜਾਂਦੇ ਦਿੱਲੀ ਦੀ ਇਸ ਧਰਤੀ 'ਤੇ ਖੜ੍ਹੇ ਹਾਂ, ਸ਼ੀਸ਼ਗੰਜ ਗੁਰਦੁਆਰਾ ਸਾਹਿਬ ਜੀ ਲਾਗੇ ਹੈ। ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ ਜੀ ਨੂੰ ਸਮਰਪਿਤ ਇੱਕ ਕਵਿਤਾ ਮੈਂ ਤੁਹਾਡੇ ਅਰਜ਼ ਕਰਾਂਗੀ। ਇਹ ਜਿਹੜਾ ਹਾਕਮ ਹੈ, ਇਹ ਵੀ ਜੇ ਮੇਰੀ ਆਵਾਜ਼ ਉਹਦੇ ਤੱਕ ਪਹੁੰਚਦੀ ਹੈ ਤਾਂ ਕੰਨ ਖੋਲ੍ਹ ਕੇ ਇਸ ਕਵਿਤਾ ਨੂੰ ਸੁਣ ਲਵੇ, ਕਿਉਂਕਿ ਸਾਡੇ 'ਤੇ ਵੀ ਓਨੀ ਲਾਗੂ ਹੁੰਦੀ ਹੈ। ਮੈਂ ਹਾਂ ਤੇਗ, ਮੈਂ ਹਾਂ ਤੇਗ, ਪਰਖ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 1000 ਤੇਗਾਂ। ਮੈਨੂੰ ਤੇਗ ਬਹਾਦਰੀ ਦਾ ਲਕਬ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਓ ਨੇ ਪੈਨੀਆਂ 2 ਤੇਗਾਂ। ਹੁਣ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਹਾਉਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ,
ਲੱਖਾਂ ਲਊਗੀ ਤੇਰੀਆਂ ਖੋਤੇਗਾ, ਲੱਖਾਂ ਲਊਗੀ ਤੇਰੀਆਂ ਖੋਤੇਗਾ। ਸਤਿ ਸ੍ਰੀ ਅਕਾਲ। ਮੋਦੀ ਸਤਿ ਸ੍ਰੀ ਅਕਾਲ। ਕੰਨ ਖੋਲ ਕੇ ਸੁਣ ਲਾ, ਉਸ ਦਸ਼ਮ ਪਿਤਾ ਦੀ ਔਲਾਦ ਆ ਅਸੀਂ। ਲਿਆ ਤੂੰ ਤੇਗਾਂ ਵੀ ਲੈ ਕੇ ਆਏਗਾ ਨਾ ਤੇ ਅਸੀਂ ਅੱਗੇ ਖੜੇ ਆ। ਇਹ ਸਾਡੇ ਜਿਹੜੇ ਬਜ਼ੁਰਗ ਮੇਰੇ ਮਾਂ ਬਾਪ ਆ, ਉਹਨਾਂ ਤੋਂ ਅੱਗੇ ਮੈਂ ਖੜੀ ਆ। ਸਤਿ ਸ੍ਰੀ ਅਕਾਲ। ਬਜ਼ੁਰਗੋ ਤੁਸੀਂ ਥਾਪੜਾ ਦਿਓ ਸਾਨੂੰ, ਬਸ ਸਾਡਾ ਸਾਥ ਦਿਓ। ਤੁਹਾਡੇ ਤੇ ਕੋਈ ਆਂਚ ਨਹੀਂ ਆਏਗੀ, ਤੁਹਾਡੇ ਬੱਚੇ ਹਜੇ ਜੀਂਦੇ ਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਐਂਡ ਵਿੱਚ, ना कोई संघर्ष ना कोई तकलीफ तो क्या मज़ा है जीने में। बड़े बड़े तूफान थम जाते हैं जब आग लगी हो सीने में, जब आग लगी हो सीने में। ये अग जड़ी है भखदी रखियो। वाहे। सत श्री अकाल।